सत श्री अकाल जी, वेलकम। ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਜਿਹੜਾ ਅਸੀਂ ਇਨਾਗੂਰਲ ਸੈਰੇਮਨੀ ਹੋ ਰਹੀ ਹੈ ਰੇਨਬੋ ਐਸੋਸੀਏਸ਼ਨ ਦੀ, ਉਹਦੇ ਵਿੱਚ ਆਓ ਪਲੀਜ਼। पछाणिया मेरी गाड़ी ना कट दो, मैं भी अपनी। पापे गए एक ही कर रहे। लो मैनू मेरे हाथ से सिर ते हाथ उड़ी नहीं पापे लगे जूती ठीक कर रहे हैं। अगली बार जाएगा जी। लो अगर तो मैं तो मांग के लाना पड़ता। थोड़ी तो दंदे ने ऐसी तो आज ने है नहीं दे नहीं कुछ रहे ही ऐसे। अल्लाह दो भाई। ए एक पे डाल लग रहा है। बात ਇਹ ਫੁੱਲ ਜਿਹੜੇ ਨੇ ਇਹ ਤਾਂ ਬਾਗ ਚੋਂ ਆਏ ਨੇ। ਆਹ ਤੁਹਾਡੀ ਫੁਲਵਾੜੀ ਦੇ ਫੁੱਲ ਨੇ ਸਾਰੇ। सर ऐसे तरह कैब रहे ਬਸ ਅਸੀਂ ਇਹੀ ਚਾਹੁੰਦੇ ਆ ਵੀ ਇਸੇ ਤਰ੍ਹਾਂ ਖਿਲੀ ਰਹੇ। ਥੋੜੀ ਜਿਹੜੀ ਬਾਗਬਾਨੀ ਕੀਤੀ ਹੋਈ ਹੈ ਨਾ। बड़ी बख्शिश रहे बस। ਤੇ ਇਹ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਨੇ। ਉਹ ਮੈਂ ਜਦੋਂ ਦੇਖਿਆ ਵੀ ਇਹਨਾਂ ਨੂੰ ਆਪਾਂ ਮੁੱਖ ਮਹਿਮਾਨ ਕਹਿੰਦੇ, ਮਹਿਮਾਨ ਤਾਂ ਅਸੀਂ ਇਹਨਾਂ ਦੇ ਆ। ਪਤਾ ਕਿੱਦਾਂ ਹੁਣ ਇਹਨਾਂ ਨੇ 1958 ਚ ਇਹ 6000 ਦੀ ਗਵਰਨਮੈਂਟ ਤੋਂ ਪਲਾਟ ਲਿਆ, ਤੇ ਜੇ ਉਦੋਂ ਹੀ ਨਾ ਲੈਂਦੇ ਉਹ 6000 ਰੁਪਇਆ ਖਾ ਵੀ ਲੈਂਦੇ, ਤੇ ਅੱਜ ਅਸੀਂ ਪਲਾਟ ਨਹੀਂ ਸੀ ਖਰੀਦ ਸਕਦੇ। ਤੇ ਅੱਜ ਜਿੱਥੇ ਅਸੀਂ ਬੈਠੇ ਅੱਜ ਮੌਜਾਂ ਕਰ ਰਹੇ ਹਾਂ ਔਰ ਇਸ ਤਰ੍ਹਾਂ ਦੇ ਹਾਲਾਤ 'ਚ ਬੈਠੇ ਹਾਂ, ਤਾਂ ਇਹ ਇਹਨਾਂ ਦੀ ਕੁਰਬਾਨੀ ਹੈ। ਤੇ ਇਹਨਾਂ ਦੀ ਸਿਆਣਪ ਉਸ ਟਾਈਮ 'ਤੇ ਇਹਨਾਂ ਨੇ ਮੈਂ ਤਾਂ ਆਪਣੀ ਜ਼ਿੰਦਗੀ 'ਚ 6000 ਰੁਪਏ ਨੂੰ 15 ਕਰੋੜ ਹੁੰਦੇ ਦੇਖਿਆ, ਸ਼ਾਇਦ ਹੀ ਕਿਸੇ ਹੋਰ ਨੇ ਵੀ ਦੇਖਿਆ ਹੋਵੇ। ਸੁਣ ਰਹੇ ਹੋ ਪਾਪਾ ਜੀ, ਤੁਹਾਡੀ ਤਾਰੀਫ ਕਰ ਰਿਹਾ, ਥੋੜੀ ਸੁਣਦਾ ਕਰ। ਪਰ ਮੈਂ ਇਹਨਾਂ ਦੀ ਉਹ ਕਹਿੰਦੇ ਪਿੱਛੇ ਜਿਹੀ ਹੁੰਦੀ मेरी तारीफ की करनी है पता ही है। पापा जी मेरे ताके रहे हो ਤੇ ਉਹ ਅੱਜ ਨਾ ਜਿਹੜੇ ਬੰਦੇ ਨੇ ਸਾਡੀ ਕੋਠੀ ਬਣਾਈ ਸੀਗੀ, ਕੁਦਰਤੀ ਉਹ ਆ ਗਿਆ। ਉਸ ਟਾਈਮ ਤੋਂ ਮੇਸਨ ਸੀਗਾ, ਤਾਂ ਉਹਦਾ ਫਾਦਰ ਠੇਕੇਦਾਰ ਸੀਗਾ, ਤੇ ਉਹ ਆ ਗਿਆ ਤੇ ਉਹ ਆਹ ਕਾਰਡ ਦੇ ਕੇ ਗਿਆ। ਕਹਿੰਦਾ ਜੀ ਉਹ ਸਾਡੇ ਪੋਤਰੇ ਦੀ ਉਹ ਦਸਤਾਰਬੰਦੀ ਹੋਣੀ ਹੈ ਇੱਥੇ 12 ਅਪ੍ਰੈਲ ਨੂੰ ਗੁਰਦੁਆਰੇ 'ਚ, ਉਹਦੇ 'ਚ ਆਇਓ। ਤੇ ਮਿਠਾਈ ਦੇ ਕੇ ਗਿਆ ਤੇ ਕਹਿੰਦਾ ਜੀ ਮੈਂ ਉਹਨਾਂ ਨੂੰ ਮਿਲਣਾ। ਮੈਂ ਕਿਹਾ ਉਹ ਤਾਂ ਹੁਣ ਪਏ ਨੇ। ਕਹਿੰਦਾ ਜੀ ਅੱਛਾ, ਤੇ ਤੁਸੀਂ ਮੈਨੂੰ ਉਹਨਾਂ ਦੇ ਕਮਰੇ 'ਚ ਤਾਂ ਲੈ ਲਓ। ਪੈਰੀ ਉਹਨੇ ਪੈਰੀ ਹੱਥ ਲਾਇਆ
ਤੇ ਆ ਗਿਆ ਬਾਹਰ। ਤੇ ਉਹ ਬੰਦੇ ਨੇ ਇਹਨਾਂ ਦੀ ਖੂਬੀ ਦੱਸੀ, ਕਹਿੰਦਾ ਜੀ ਮੈਂ ਇਹਨਾਂ ਦੀ ਖੂਬੀ ਦੇਖੀ ਹੈ ਵੀ ਇਹ ਨਾ ਜੇ ਤਾਂ ਜਿਹੜੀ ਗੱਲ ਤਾਂ ਸੱਚੀ ਹੈ ਉਹਦੇ ਤੇ ਅੜ ਜਾਣਗੇ, ਤੇ ਜਿਹੜੀ ਗੱਲ ਇਹਨਾਂ ਨੇ ਨਹੀਂ ਅੱਜ ਮੰਨੀ ਸਾਰਿਆਂ ਨੂੰ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ। ਤੇ ਹੁਣ ਮੈਂ ਦੀ ਬਖਸ਼ ਉਹਨੇ ਕਹਿੰਦੇ ਵੀ ਹੋਰ ਠੀਕ ਨਾ ਕਰੋ ਤੁਹਾਡੀ ਬੋਲਤੀ ਬੰਦ ਹੋਣਾ ਵੀ ਮੇਰੀ ਹੁਣ ਅੱਜ ਸਾਡਾ ਕੰਪੀਟੀਸ਼ਨ ਆ। ਬੋਲਤੀ ਬੰਦ। ਅੱਜ ਸਾਡਾ ਉੱਧਰ ਪਿਓ- ਪਾਪਾ ਜੀ ਨੂੰ ਲਿਆਂਦਾ ਨਾ ਅੱਜ ਸਾਡਾ ਪਿਓ ਪੁੱਤ ਦਾ ਕੰਪੀਟੀਸ਼ਨ ਆ, ਤੁਸੀਂ ਚੁੱਪ ਦਾ ਲਾਉਂਦੇ ਹੋ ਤੇ ਅਸੀਂ ਦੋਨਾਂ ਨੇ ਪ੍ਰੋਗਰਾਮ ਕੰਡਕਟ ਕਰਨਾ, ਠੀਕ ਹੈ। ਤੇ ਪਾਪਾ ਜੀ ਮੈਂ ਹੁਣ ਸ਼ੁਰੂ ਕਰਨ ਲੱਗਿਆ ਪ੍ਰੋਗਰਾਮ, ਠੀਕ ਹੈ ਜੀ। ਲਓ ਜੀ, ਉਹ ਕਹਿੰਦੇ ਵੀ ਮੈਂ ਇਸ ਘਰ ਦਾ ਮਾਲਕ ਆ, ਇੱਥੋਂ ਸ਼ੁਰੂ ਕਰਨ ਲੱਗਿਆ। ਉਹ ਕਹਿੰਦਾ ਫੇਰ ਕੀ ਕਰੀਏ? ਮੈਂ ਤੌੜੀ ਤੇ ਲੋੜ ਹਾਂ ਲਓ ਜੀ, ਹਾਂ ਪੇਸ਼ ਹੋ ਗਿਆ ਤੌਲੀਆ। ਤੁਸੀਂ ਇਹਦੇ ਨਾਲ ਖੇਲੋ ਨੱਚੋ, ਤੇ ਤੌਲੀਆ ਨੂੰ ਦੇਖਦਾ ਮਿੰਟ ਬਾਅਦ ਹੱਥ ਨੂੰ। ਉਹ ਕਹਿੰਦੇ ਮੈਂ ਇਸ ਘਰ ਦਾ ਮਾਲਕ ਆ, ਪਰ ਇਹ ਕਹਿਣ ਲਈ ਮੈਂ ਆਪਣੀ ਬੀਵੀ ਤੋਂ ਇਜਾਜ਼ਤ ਲੈ ਰੱਖੀ। ਠੀਕ ਹੈ ਜੀ, ਹੁਣ ਥੋੜੀ ਇਜਾਜ਼ਤ ਹੈ ਤਾਂ ਪ੍ਰੋਗਰਾਮ ਸ਼ੁਰੂ ਕਰ ਦਈਏ। ਤੇ ਚੀਫ ਗੈਸਟ ਉਹਨਾਂ ਤੋਂ permission ਅੱਛਾ ਜੀ, ਹੁਣ ਉਹਨਾਂ ਨੇ ਦੇਤੀ ਪਰਮਿਸ਼ਨ। ਤੇ ਅੱਜ ਦਾ ਜਿਹੜਾ ਇਹ ਸਾਡਾ ਪ੍ਰੋਗਰਾਮ ਹੈ, ਇਸ ਦੀ ਮੈਂ ਬਰੀਫਿੰਗ ਦੇ ਰਿਹਾ ਤੁਹਾਨੂੰ। ਬਰੀਫਿੰਗ ਇਹ ਹੈ ਕਿ ਅਸੀਂ ਇੰਟਰਨੈਸ਼ਨਲ ਮਿਸ਼ਨ ਬਣਾਇਆ ਸੀ 1998 ਜਦੋਂ ਮੈਂ ਕੈਨੇਡਾ ਇਮੀਗ੍ਰੇਟ ਕੀਤਾ। ਉੱਥੇ ਜਿਹੜੇ ਕਰਨਾਲ ਮੇਰੇ ਨਾਲ ਪੜ੍ਹੇ ਸੀ ਉਹਨਾਂ ਦੀ ਮਦਦ ਦੇ ਨਾਲ ਅਸੀਂ ਇਹ ਮਿਸ਼ਨ ਬਣਾਇਆ। ਤੇ ਸਾਡਾ ਮਿਸ਼ਨ ਦਾ ਇੱਕੋ ਮਕਸਦ ਸੀ ਵੀ ਅਸੀਂ ਹਿੰਦੁਸਤਾਨ ਦੇ ਦੁੱਧ ਨੂੰ ਕੈਨੇਡਾ, ਅਮਰੀਕਾ ਨੂੰ, ਅਰਬ ਕੰਟਰੀਜ਼ ਨੂੰ ਮਹਿੰਗੀ ਕੀਮਤ ਤੇ ਵੇਚਣਾ। ਤੇ ਜਦੋਂ ਅਸੀਂ ਇਹ ਮਿਸ਼ਨ ਬਣਾਇਆ ਤਾਂ ਉਹ ਉੱਥੇ ਜਿਹੜੇ ਬੰਦੇ ਸੀ, ਮੈਂ ਕਾਰਨਲ ਯੂਨੀਵਰਸਿਟੀ 'ਚ 90 ਡੇਅਰੀ ਪ੍ਰੋਫੈਸ਼ਨਲ ਸੀਗੇ, ਉਹਨਾਂ ਦੀ ਵੈਬਸਾਈਟ ਸੀ, ਉਹਨਾਂ ਨਾਲ ਮੈਂ ਕਮਿਊਨੀਕੇਟ ਕੀਤਾ। ਉਹ ਕਹਿੰਦੇ ਵੀ ਇਹਦੇ ਲਈ ਜੋ ਤੁਸੀਂ ਕਹਿੰਦੇ ਆ ਪਹਿਲਾਂ ਤਾਂ ਹੋ ਨਹੀਂ ਸਕਦਾ, ਤੇ ਜੇ ਤੁਸੀਂ ਅਟੈਂਪਟ ਵੀ ਕਰੋਗੇ ਤਾਂ ਉਹਦੇ ਲਈ $1 ਬਿਲੀਅਨ ਚਾਹੀਦੇ ਹੋਣਗੇ, ਤੇ ਇਹਦੇ ਲਈ ਇਸ ਸਕੀਮ ਨੂੰ ਫਾਈਨਾਂਸ ਕੌਣ ਕਰ ਰਿਹਾ? ਤੇ ਮੈਂ ਉਹਨਾਂ ਨੂੰ ਕਿਹਾ ਵੀ ਫਾਈਨਾਂਸ ਤਾਂ ਕੋਈ ਨਹੀਂ ਕਰ ਰਿਹਾ। ਕਹਿੰਦੇ ਫਿਰ ਇਹ ਕਿਸੇ ਦਾ ਪੋਲੀਟੀਕਲ ਏਜੰਡਾ, ਕਿਸੇ ਬੰਦੇ ਨੇ ਪੈਸੇ ਇਕੱਠੇ ਕਰਨੇ ਟਰਸਟ ਬਣਾ ਕੇ, ਤੇ ਉਹਦੇ ਤੇ ਸਾਰਾ ਕੁਝ ਚੱਲਣਾ। ਉਹ ਬੰਦੇ ਨੇ ਰਿਕਾਰਡਡ ਹੈ ਸਾਰੀ ਈਮੇਲ ਦੇ, ਮੈਂ ਸਾਰਾ ਆਪਣੇ ਰਿਕਾਰਡ ਕੀਤਾ ਸਾਰਾ। ਤੇ ਮੈਂ ਉਹਨੂੰ ਕਿਹਾ ਵੀ ਨਹੀਂ, ਅਸੀਂ ਇੱਕ ਪੈਸਾ ਨਹੀਂ ਲੈਣਾ ਤੁਸੀਂ, ਔਰ 16 ਸਾਲ ਤੋਂ ਮਿਸ਼ਨ ਚੱਲ ਰਿਹਾ, ਕੋਈ ਪੈਸਾ ਨਹੀਂ ਗਿਆ, ਇੱਕ ਪੈਸਾ ਨਹੀਂ ਕਿਸੇ ਦਾ। ਔਰ ਉਹਦੇ 'ਚ ਅਸੀਂ ਕਿਹਾ ਵੀ ਤੁਸੀਂ ਸਿਰਫ ਗਿਆਨ ਦਾ ਦਾਨ ਕਰੋ। ਵੀ ਇੱਥੇ ਮੈਂ ਦੇਖਿਆ ਵੀ ਦੁੱਧ 21 ਦਿਨ ਖਰਾਬ ਨਹੀਂ ਹੋ ਰਿਹਾ, ਪੈਸਟਰਾਈਜ਼ ਮਿਲਕ ਪਿਓਰ ਦੁੱਧ, ਸਟਰਲਾਈਜ਼ ਮਿਲਕ 6 ਮਹੀਨੇ 3 ਮਹੀਨੇ ਖਰਾਬ ਨਹੀਂ ਹੁੰਦਾ। ਤੇ ਉਸ ਤੇ ਬੇਸ ਤੇ ਮੈਂ ਕਿਹਾ ਤੁਸੀਂ ਮੈਨੂੰ ਜਾਣਕਾਰੀ ਦੇਣੀ ਹੈ ਆਫ ਦਾ ਰਿਕਾਰਡ। ਮੈਂ ਉਸ ਨੂੰ ਫਿਰ ਇੰਡੀਅਨ ਕੰਡੀਸ਼ਨ ਦੇ 'ਚ ਉਹਨੂੰ ਕਨਵਰਟ ਕਰਕੇ ਮੈਂ ਇਹ ਤਿਆਰ ਕਰ। ਔਰ ਇਹ ਜਿਹੜੀ ਅਸੀਂ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਸੀ ਉਹ ਸਾਡੀ ਅੱਜ ਫਲੀਭੂਤ ਹੋਈ ਹੈ। ਤੇ ਅੱਜ ਮੈਂ ਭਾਜੀ ਤਾਂ ਹੁਣ ਇਹ ਹੈਗੇ ਨੇ ਮਾਈਗ੍ਰੇਟਰੀ ਬਰਡ, ਭਾਜੀ ਤੇ ਭੈਣ ਜੀ ਮਾਈਗ੍ਰੇਟਰੀ ਬਰਡ ਨੇ। ਤੇ ਇਹ ਕੈਲਗਰੀ ਕੈਨੇਡਾ 'ਚ ਹੁਣ ਪਰਮਾਨੈਂਟ ਰੈਜ਼ੀਡੈਂਸੀ ਇਹਨਾਂ ਦੀ ਉੱਥੇ ਹੈਗੀ ਆ। ਤੇ ਸਿਰਫ 2 ਮਹੀਨੇ ਲਿਆਏ ਨੇ, 31 ਮਈ ਨੂੰ ਇਹਨਾਂ ਨੇ ਉੱਡ ਜਾਣਾ, ਜਦੋਂ ਆਪਣੇ ਦੂਜੇ ਬਰਡ 'ਚ ਲੈ ਇਹਨਾਂ ਨਹੀਂ ਚਲੇ ਜਾਣਾ। ਤੇ ਇਹ ਹੁਣ ਇੱਕ ਕੈਨੇਡੀਅਨ ਨੇ। ਤੇ ਮੈਂ ਇਹਨਾਂ ਤੋਂ ਸਵਾਲ ਪੁੱਛਣਾ ਵੀ ਭਾਜੀ ਹੁਣ ਤੁਸੀਂ ਇਹ ਦੱਸੋ ਵੀ ਬਿਨਾਂ ਪੈਸੇ ਦੇ ਘਰ ਦੇ ਵਿੱਚ ਦੁੱਧ ਪੈਸਚਰਾਈਜ਼ ਹੋ ਜਾਏ, 21 ਦਿਨ ਖਰਾਬ ਨਾ ਹੋਵੇ, ਤੇ ਦੂਜਾ ਹੈ ਕਿ ਆਪਾਂ ਘਰ ਦੇ ਵਿੱਚ ਦੁੱਧ ਨੂੰ ਸਟਰਲਾਈਜ਼ ਕਰ ਦਈਏ ਤੇ 1 ਸਾਲ ਖਰਾਬ ਨਾ ਹੋਵੇ। ਇਹ ਕੈਨੇਡੀਅਨ ਨੇ, ਇਹਨਾਂ ਤੋਂ ਪੁੱਛਣਾ ਕਿਉਂ ਨਹੀਂ ਪੋਸੀਬਲ ਹੈ? ਤੁਹਾਡੇ ਲਈ ਬਿਲਕੁਲ ਪੋਸੀਬਲ ਹੈ, ਜਿਹੜੀ ਮਿਹਨਤ ਕਰਦੇ ਆ। ਤਾਂ ਮਿਹਨਤ ਦਾ ਹੁਣ ਅਸੀਂ ਸਾਡਾ ਮੁਲਕ 60 ਸਾਲ ਤੋਂ ਮਿਹਨਤ ਕਰ ਰਿਹਾ, ਹੋਰ ਕੀ ਕਰ ਰਿਹਾ? ਨਾ ਪ੍ਰੋਪਰ ਵੇ ਨਾਲ ਜਿਹੜਾ ਚਲੋ ਜੇ ਉਹਦੇ 'ਚ ਕਰ ਰਹੇ ਆ ਤਾਂ ਮੈਂ ਤੁਹਾਨੂੰ ਖੁਸ਼ਖਬਰੀ ਦੇ ਰਿਹਾ ਕਿ ਸਾਡਾ ਜਿਹੜਾ ਅਸੀਂ 10-15 ਸਾਲ ਤੋਂ ਸਰਚ ਕਰ ਰਹੇ ਸੀ, ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਸਾਡਾ ਦੁੱਧ ਜਿਹੜਾ ਹੈ ਪੈਸਚਰਾਈਜ਼ ਮਿਲਕ 10 ਦਿਨ ਠੀਕ ਰਹਿੰਦਾ ਸੀ। ਫਿਰ ਅਸੀਂ ਉਹਨੂੰ ਅਪਗ੍ਰੇਡ ਕੀਤਾ ਹੈ, 15 ਦਿਨ ਠੀਕ ਰਹਿਣ ਲੱਗ ਗਿਆ। ਫਿਰ ਅਸੀਂ ਤੀਸਰੀ ਅਟੈਂਪਟ ਮੈਂ ਦੇਖਿਆ ਵੀ ਅਮਰੀਕਾ ਦੇ ਵਿੱਚ ਕੁਝ ਕੰਪਨੀਆਂ ਜਿਨ੍ਹਾਂ ਦੇ 21 ਦਿਨ ਰਹਿੰਦਾ, ਕੈਨੇਡਾ 'ਚ ਵੀ ਬੀਟਰਸ ਫੂਡ, ਪਰਮਲਾਟ ਕੈਨੇਡਾ, ਬਰੈਂਪਟਨ ਦੇ ਵਿੱਚ ਉਹਨਾਂ ਦਾ ਪਲਾਂਟ ਆ, ਤੇ ਉਹਨਾਂ ਦਾ 21 ਦਿਨ ਦੀ ਸ਼ੈਲਫ ਲਾਈਫ। ਤੇ ਜਦੋਂ ਉਹਨਾਂ ਨੂੰ ਮੈਂ ਦੇਖਿਆ ਵੀ ਇਹਨਾਂ ਦੇ 21 ਦਿਨ ਤੋਂ ਠੀਕ ਰਹਿੰਦਾ, ਫਿਰ ਅਸੀਂ ਕੋਸ਼ਿਸ਼ ਜਾਰੀ ਰੱਖੀ। ਤੇ ਹੁਣ ਸਾਡੀ ਜਿਹੜੀ ਕੋਸ਼ਿਸ਼ ਆ ਉਹ 21 ਦਿਨ ਦੀ ਅਸੀਂ ਅਚੀਵ ਕਰ ਲਿਆ। 21 ਦਿਨ ਦਾ ਅਚੀਵ ਕਰਕੇ ਫਿਰ ਮੈਂ ਕਿਹਾ ਵੀ ਮੈਂ ਤਾਂ ਅਚੀਵ ਕਰ ਲਿਆ, ਹੁਣ ਜਿੰਨੀ ਦੇਰ ਤੱਕ ਇਹਨੂੰ ਕੋਈ ਸਰਟੀਫਾਈ ਨਹੀਂ ਕਰਦਾ ਉਹਨਾਂ ਚਿਰ ਤਾਂ ਕੋਈ ਕਿਸੇ ਨੇ ਮੰਨਣਾ ਨਹੀਂ। ਫਿਰ ਮੈਂ ਉਹ ਜਿੱਥੋਂ ਪੜ੍ਹਿਆ ਕਰਨਾਲ ਤੋਂ, NDRA ਤੋਂ, ਉਹਨਾਂ ਨੂੰ ਮੈਂ ਸੈਂਪਲ ਭੇਜਿਆ, ਤੇ ਉਹਨਾਂ ਨੇ ਮੈਂ ਕਿਹਾ ਵੀ ਤੁਸੀਂ ਇਸ ਦੁੱਧ ਨੂੰ 21 ਦਿਨ ਆਪਣੇ ਫਰਿੱਜ 'ਚ ਰੱਖੋ, ਉਸ ਤੋਂ ਬਾਅਦ ਤੁਸੀਂ ਮੈਨੂੰ ਰਿਪੋਰਟ ਦੇ ਦਿਓ।
ਉਹਨਾਂ ਨੇ ਮੈਨੂੰ ਰਿਪੋਰਟ ਦੇਤੀ ਵੀ 21 ਦਿਨਾਂ ਬਾਅਦ ਉਹ ਦੁੱਧ ਬਿਲਕੁਲ ਠੀਕ ਆ, ਉਹਦੇ 100 ਚੋਂ 85 ਨੰਬਰ। ਔਰ ਜਿਹੜੇ ਇੱਥੇ ਬ੍ਰਾਂਡ ਵਿਕ ਰਹੇ ਨੇ ਵੇਰਕਾ ਵੀਟਾ ਦੂਜੇ ਤੀਜੇ, ਉਹਨਾਂ ਦੇ ਕਿਸੇ ਦੇ 70 75 ਤੋਂ ਵੱਧ ਨੰਬਰ ਨੇ ਅੱਜ ਵੀ, ਤੇ ਉਹਦੇ ਉਹਨਾਂ ਨੇ 85 ਨੰਬਰ ਦਿੱਤੇ। ਸੋ ਉਹ ਸਾਡਾ ਇੱਕ ਪਰਪਸ ਪੂਰਾ ਹੋ ਗਿਆ। ਫਿਰ ਅਸੀਂ ਦੇਖਿਆ ਵੀ ਜਿਹੜੇ ਅਰਬ ਕੰਟਰੀਜ਼ ਨੇ ਉਹ ਉਹਨਾਂ ਤੋਂ ਅਸੀਂ ਕਰੂਡ ਆਇਲ ਲੈਂਦੇ ਹਾਂ, ਡੀਜ਼ਲ ਪੈਟਰੋਲ ਲੈਂਦੇ ਹਾਂ। ਤੇ ਉਹਨਾਂ ਦਾ ਇੱਕ ਬੰਦਾ ਮੇਰੇ ਕੋਲ ਆਇਆ ਸਾਊਦੀ ਅਰੇਬੀਆ ਦੇ ਕਿੰਗ ਦੀ ਫੈਕਟਰੀ ਤੋਂ, ਤੇ ਉਹ ਇੱਥੇ ਦੁੱਧ ਦੇ ਸਰਚ 'ਚ ਆਇਆ ਵੀ ਅਸੀਂ ਇੱਥੋਂ ਇੰਡੀਆ ਤੋਂ ਦੁੱਧ ਲੈ ਸਕਦੇ ਹਾਂ। ਉਹਨੇ ਇੱਥੇ ਸਾਰਾ ਚੱਕਰ ਲਾਇਆ। ਉਹ ਕਹਿੰਦਾ ਜੀ ਇੱਥੇ ਇੰਡੀਆ ਦੇ ਦੁੱਧ ਜਿਹੜੇ ਕਾਰਖਾਨੇ ਖਰੀਦ ਰਹੇ ਨੇ ਉਹਨਾਂ ਨੂੰ ਅਡਲਟਰੇਟਡ ਦੁੱਧ ਹੀ ਮਿਲ ਰਿਹਾ, ਤੇ ਜਿਹੜਾ ਅਡਲਟਰੇਟਡ ਦੁੱਧ ਦਾ ਜੇ ਪਾਊਡਰ ਬਣਾ ਲਿਆ ਕੁਝ ਵੀ ਬਣਾ ਲਿਆ ਤਾਂ ਉੱਥੇ ਜਾ ਕੇ ਘੋੜਿਆ ਸਾਡੇ ਦਾ ਕੰਮ ਕਰਨੀ। ਤੇ ਫਿਰ ਉਹਨੇ ਮੈਨੂੰ ਦੱਸਿਆ, ਕਹਿੰਦਾ ਵੀ ਅਸੀਂ ਉੱਥੇ ਨਾ ਜਿਹੜਾ ਦੁੱਧ ਪੈਦਾ ਕਰਦੇ ਆ 600 ਲੀਟਰ ਪਾਣੀ ਲੱਗਦਾ 1 ਲੀਟਰ ਦੁੱਧ ਤੇ। ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ, ਤੁਹਾਨੂੰ ਵੀ ਸ਼ਾਇਦ ਨਾ ਪਤਾ ਹੋਵੇ। ਤੁਹਾਨੂੰ ਪਤਾ 600 ਲੀਟਰ ਪਾਣੀ ਚਾਹੀਦਾ 1 ਲੀਟਰ ਦੁੱਧ ਦੀ। ਉਹਨੇ ਦੱਸਿਆ ਮੈਨੂੰ, ਉਹਦਾ ਨਾਮ ਸੀ ਅਫਸਰ ਫਹੀਮ, AFSAR ਅਫਸਰ ਫਹੀਮ, FAHIM ਅਫਸਰ ਫਹੀਮ। ਉਹ ਕੁਆਲਿਟੀ ਇੰਸ਼ੋਰੈਂਸ ਮੈਨੇਜਰ ਸੀ ਕਾਰਪੋਰੇਟ ਲੈਵਲ। ਤੇ ਉਹਨੇ ਮੈਨੂੰ ਦੱਸਿਆ, ਮੈਂ ਉਹਨੂੰ ਪੁੱਛਿਆ ਮੈਂ 600 ਲੀਟਰ ਪਾਣੀ ਕਿਉਂ ਲੱਗੂਗਾ 1 ਲੀਟਰ ਦੁੱਧ ਲਈ? ਕਹਿੰਦਾ ਜੀ ਅਸੀਂ ਸਮੁੰਦਰ ਹੈ, ਕਹਿੰਦਾ ਤੁਹਾਨੂੰ ਪਾਣੀ ਦੀ ਕਦਰ ਨਹੀਂ, ਸਾਨੂੰ ਪਾਣੀ ਦੀ ਕਦਰ। ਸਮੁੰਦਰ ਦੇ ਪਾਣੀ ਨੂੰ 600 ਲੀਟਰ ਨੂੰ ਅਸੀਂ ਖੇਤੀਯੋਗ ਬਣਾਵਾਂਗੇ, ਉਹਦੇ ਨਾਲ ਚਾਰਾ ਪੈਦਾ ਕਰਾਂਗੇ। ਉਸ ਚਾਰੇ ਤੋਂ ਜਿਹੜਾ ਦੁੱਧ ਪੈਦਾ ਹੋਊਗਾ 600 ਲੀਟਰ ਪਾਣੀ ਨਾਲ 1 ਲੀਟਰ ਦੁੱਧ ਪੈਦਾ। ਹੁਣ ਤੁਸੀਂ ਉਹਦਾ ਅੰਦਾਜ਼ਾ ਲਾ ਲਓ। ਆ ਮੇਰੇ ਕੋਲ ਇੱਕ ਬੋਤਲ ਜੀ ਪਈ ਹੈ ਪਾਣੀ ਦੀ, ਉਹ ਚਸ਼ਮੇ ਦਾ ਪਾਣੀ ਹੈ, ਹਿਮਾਲੀਅਨ ਪਤਾ ਨਹੀਂ ਕੀ ਨਾਂ ਉਹਦਾ। ਉਹ 10 ਰੁਪਏ ਦੀ ਬੋਤਲ ਆ 100 ਗ੍ਰਾਮ ਦੀ। ਇਹਦਾ ਮਤਲਬ 1 ਲੀਟਰ ਕਿੰਨੇ ਦਾ ਹੋ ਗਿਆ? 100 ਰੁਪਏ ਦਾ। ਤੇ 600 ਲੀਟਰ ਕਿੰਨੇ ਦਾ ਹੋ ਗਿਆ? ਦਿਸ ਇਜ਼ ਦਾ ਵਾਟਰ ਵੈਲਿਊ ਆਫ ਮਿਲਕ ਦੈਟ ਵੀ ਆਰ ਡਰਿੰਕਿੰਗ ਟੁਡੇ ਇਨ ਪੰਜਾਬ। ਤੇ ਫਿਰ ਅਸੀਂ ਇਹਦੇ ਤੇ ਕਿਹਾ ਵੀ ਅਗਰ ਸਾਡਾ ਦੁੱਧ 3 ਮਹੀਨੇ 6 ਮਹੀਨੇ ਠੀਕ ਰਹਿ ਜੇ ਤੇ ਅਸੀਂ ਇਹਨਾਂ ਨੂੰ ਐਕਸਪੋਰਟ ਕਰ ਸਕਦੇ। ਉਹਦੇ ਤੇ ਫਿਰ ਅਸੀਂ ਰਿਸਰਚ ਕੀਤੀ ਹੈ। ਪਹਿਲਾਂ ਅਸੀਂ 3 ਮਹੀਨੇ ਦੀ ਕੀਤੀ, ਤੇ 3 ਮਹੀਨੇ ਬਾਅਦ ਅਸੀਂ ਇਸ ਤਰ੍ਹਾਂ ਦੀ ਸਟਰਲਾਈਜੇਸ਼ਨ ਹੋਈ। ਦੁੱਧ ਦਾ ਰੰਗ ਜਿਹੜਾ ਥੋੜਾ ਜਿਹਾ ਗਾੜਾ ਹੋ ਗਿਆ, ਜਿਵੇਂ ਆਪਣਾ ਕਾੜਨੀ ਦੇ ਵਿੱਚ ਆਪਾਂ ਦੁੱਧ ਨੂੰ ਗਰਮ ਜ਼ਿਆਦਾ ਕਰਦੇ ਹਾਂ, ਟੈਂਪਰੇਚਰ ਜ਼ਿਆਦਾ ਤੇ ਕਰਦੇ ਸੀਗੇ, ਤੇ ਇਹ ਦੁੱਧ ਇੱਦਾਂ ਦਾ ਹੋ ਜਾਂਦਾ ਸੀ। 3 ਮਹੀਨੇ ਤੱਕ ਇਹ ਠੀਕ ਰਹਿੰਦਾ ਸੀ। ਤੇ ਫਿਰ ਮੈਂ ਉਹ ਜਿਹੜੀ ਕੈਨੇਡੀਅਨ ਕੰਪਨੀ ਜਿਹਨਾਂ ਅਸੀਂ ਕੋਲੈਬੋਰੇਟ ਕਰ ਰਹੇ ਹਾਂ, USA ਦੇ ਮੇਰੇ ਦੋਸਤ ਨੇ, ਉਹਨਾਂ ਨੂੰ ਮੈਂ ਦੱਸਿਆ ਵੀ ਇੱਦਾਂ ਹੋ ਰਿਹਾ। ਉਹਨਾਂ ਨੇ ਫਿਰ ਮੈਨੂੰ ਕੁਝ ਦੱਸਿਆ ਵੀ ਤੁਸੀਂ ਇੱਦਾਂ ਮੋਡੀਫਾਈ ਕਰੋ, ਉੱਦਾਂ ਕਰੋ। ਉਹ ਕਰਨ ਤੋਂ ਬਾਅਦ ਫਿਰ ਅਸੀਂ ਮੋਡੀਫਿਕੇਸ਼ਨ ਕੀਤੀ, ਤੇ ਉਹਦੇ ਨਾਲ ਸਾਡਾ ਦੁੱਧ ਜਿਹੜਾ ਫਿਰ ਹੁਣ ਇੱਦਾਂ ਦਾ ਰਹਿਣ ਲੱਗ ਗਿਆ। ਹੁਣ ਬਿਲਕੁਲ ਵਾਈਟ ਇਸ ਤਰ੍ਹਾਂ ਦੁੱਧ ਰਹਿੰਦਾ, ਔਰ ਓਰੀਜਨਲ ਟੇਸਟ। ਇਹਦੇ 'ਚ 3 ਮਹੀਨੇ ਦੀ ਸ਼ੈਲਫ ਲਾਈਫ ਹੋ ਗਈ। ਫਿਰ ਅਸੀਂ 3 ਮਹੀਨੇ ਤੋਂ ਵਰਕਆਊਟ ਕੀਤਾ। ਪਰਮਿਊਟੇਸ਼ਨ ਕੰਬੀਨੇਸ਼ਨ ਕੀ ਨੇ ਦੇ, ਸਿਰਫ ਉਹ ਕਿ ਕਿੰਨੇ ਟਾਈਮਲੀ ਕਰਨਾ ਦੁੱਧ ਨੂੰ ਗਰਮ, ਤੇ ਕਿੰਨੇ ਟੈਂਪਰੇਚਰ ਤੇ ਕਰਨਾ। ਉਹਦੇ ਤੇ ਅਸੀਂ ਐਕਸਪੈਰੀਮੈਂਟ ਕੀਤੇ। 3 ਮਹੀਨੇ ਤੋਂ 6 ਮਹੀਨੇ ਕਰ ਲਿਆ, 6 ਮਹੀਨੇ ਤੋਂ 9 ਮਹੀਨੇ ਕਰ ਲਿਆ, 9 ਮਹੀਨੇ ਤੋਂ ਸਾਲ ਕਰ ਲਿਆ। ਤੇ ਜਦੋਂ ਸਾਲ ਦਾ ਸਾਡਾ ਹੋ ਗਿਆ, ਫਿਰ ਮੈਂ ਜਿੱਥੋਂ ਕਰਨਾਲ ਤੋਂ ਪੜ੍ਹਿਆ, ਮੈਂ ਡਾਇਰੈਕਟਰ, ਮੈਂ ਪਰਸਨਲੀ ਗਿਆ, ਔਰ ਨਵਾਂ ਸ਼ਹਿਰ ਦੇ ਕੋਲੇ ਗਊਸ਼ਾਲਾ ਹੈ, ਉੱਥੋਂ ਸਵਾਮੀ ਜੀ ਹੈਗੇ ਨੇ, ਮੈਂ ਉਹਨਾਂ ਦੀ ਫੋਟੋ ਵੀ ਲਈ ਹੈ। ਉਹਨਾਂ ਦੇ ਸਾਹਮਣੇ ਗਾਂ ਚੋਈ ਨਵਾਂ ਸ਼ਹਿਰ ਜਾ ਕੇ ਗਊਸ਼ਾਲਾ ਚੋਂ ਉਸ ਦਾ ਦੁੱਧ ਮੈਂ ਸਟਰਲਾਈਜ਼ ਕੀਤਾ, ਤੇ ਮੈਂ ਉੱਥੇ ਗੁਰੂ ਦਕਸ਼ਨਾ ਦੇ ਰੂਪ 'ਚ ਡਾਇਰੈਕਟਰ NDRA ਨੂੰ ਦੇ ਕੇ ਆਇਆ। ਤੇ ਨਾਲ ਮੈਂ ਚਿੱਠੀ ਲਿਖ ਕੇ ਦੇ ਕੇ ਆਇਆ ਕਿ ਜੀ ਇਹ ਦੁੱਧ ਜਿਹੜਾ 1 ਸਾਲ ਤੱਕ ਖਰਾਬ ਨਹੀਂ ਹੋਇਆ। ਉਹਨਾਂ ਨੇ ਫਿਰ ਮੈਨੂੰ ਚਿੱਠੀ ਲਿਖੀ ਵੀ ਇਹ ਤਾਂ ਕਮਾਲ ਆ ਵੀ ਜੇ ਦੁੱਧ ਇੱਦਾਂ ਗਊਸ਼ਾਲਾ ਦਾ ਤੁਸੀਂ ਦੁੱਧ ਲਿਆਂਦਾ ਬਿਨਾਂ ਮਿਲਕ ਪਲਾਂਟ ਦੇ, ਉਹਨੂੰ ਤੁਸੀਂ ਘਰੇ ਪੈਸਚਰਾਈਜ਼ ਕਰਤਾ, ਸਟਰਲਾਈਜ਼ ਕਰਤਾ, 1 ਸਾਲ ਖਰਾਬ ਨਹੀਂ ਹੋਏਗਾ। ਮੈਨੂੰ ਉਹਨਾਂ ਨੇ ਚਿੱਠੀ ਲਿਖੀ, ਤੇ ਉਸ ਤੋਂ ਬਾਅਦ ਫਿਰ ਅਸੀਂ ਹੁਣ ਇਹ ਅੱਗੇ ਚੱਲ ਰਹੇ ਹਾਂ। ਤੇ ਸਾਨੂੰ ਇਹ ਕੌਨਫੀਡੈਂਸ ਹੋ ਗਿਆ ਕਿ ਜਿਹੜਾ ਦੁੱਧ ਹੈ ਇਹ ਗੰਗਾ ਜਲ ਦੀ ਤਰ੍ਹਾਂ ਹੈ। ਵੀ ਜਿਸ ਤਰ੍ਹਾਂ ਗੰਗੋਤਰੀ ਦੇ ਉੱਤੇ ਜਿਹੜਾ ਗੰਗਾ ਜਲ ਹੈ, ਅਗਰ ਤੋਂ ਸੈਂਪਲ ਲੈ ਲਓ ਤਾਂ 10 ਸਾਲ ਵੀ ਉਹਨੂੰ ਜਾਣਾ ਨਹੀਂ ਪੈਂਦਾ, ਤੇ ਉਹ ਇੱਕ ਟੌਨਿਕ ਇਸਤੇਮਾਲ ਹੋ ਰਿਹਾ। ਤੇ ਅਗਰ ਅਸੀਂ ਦੁੱਧ ਨੂੰ ਮੱਝ ਦੇ ਗਾਂ ਦੇ ਥਣ ਤੋਂ ਨਿਕਲਣ ਤੋਂ ਲੈ ਕੇ ਉਹਦੇ 'ਚ ਕੋਈ ਚੀਜ਼ ਸਟੇਨਲੈਸ ਸਟੀਲ ਦੇ ਭਾਂਡੇ 'ਚ ਹੋਈਏ ਸਫਾਈ ਨਾਲ, ਉਸ ਨੂੰ ਉਸੇ ਟਾਈਮ ਤੇ ਠੰਡਾ ਕਰ ਦਈਏ ਚੋਂਦੇ ਸਾਰ, ਔਰ ਫਿਰ ਉਸ ਨੂੰ ਅਸੀਂ ਆਪਣਾ ਜਿਹੜਾ ਸੋਲਰ ਟੈਕਨੋਲੋਜੀ ਉਸ ਦੇ ਨਾਲ, ਇੱਕ ਗੁੜਗਾਵਾਂ ਦੀ ਕੰਪਨੀ ਹੈ, ਉਹਨਾਂ ਨੇ ਸਾਡੇ ਐਸੋਸੀਏਟ ਨੇ, ਉਹਨਾਂ ਨੇ ਮੈਨੂੰ ਇਹ ਸਾਰਾ ਇੰਸਟਰੂਮੈਂਟ ਬਣਾ ਕੇ ਦਿੱਤੇ ਨੇ ਸਾਰੇ ਰਿਸਰਚ ਕਰਨ ਲਈ। ਉੱਪਰ ਲੱਗੇ ਹੋਏ ਨੇ, ਮੈਂ ਤੁਹਾਨੂੰ ਦਿਖਾਊਂਗਾ, ਉਹਦੀ ਆਪਾਂ ਵੀਡੀਓ ਵੀ ਬਣਾਵਾਂਗੇ। ਤੇ ਉਹਦੇ ਤੇ ਫਿਰ ਮੈਂ ਐਕਸਪੈਰੀਮੈਂਟਸ ਕੀਤੇ ਨੇ।
ਤੇ ਉਹਦੇ 'ਚ ਹੁਣ ਅਗਲਾ ਕਾਸਟ ਹੋਇਆ ਵੀ ਮੁਫਤ ਦੇ ਵਿੱਚ ਦੁੱਧ ਪੈਸਟਰਾਈਜ਼ ਹੋ ਸਕਦਾ, ਜਿਹਦੇ 'ਚ ਨਾ ਪਾਣੀ ਦੀ ਕੰਜ਼ੰਪਸ਼ਨ, ਨਾ ਬਿਜਲੀ ਦੀ ਕੰਜ਼ੰਪਸ਼ਨ ਦਾ ਖਰਚਾ ਹੋਵੇ ਤੇ ਨਾ ਫਿਊਲ ਦਾ ਖਰਚਾ ਹੋਵੇ। ਆਪਾਂ ਕੈਨੇਡੀਅਨ ਜਿਹੜੇ ਭੈਣ ਜੀ ਤੁਸੀਂ ਦੱਸ ਦਿਓ ਪੋਸੀਬਲ ਹੈ? ਬਸ ਹੁਣ ਪੈਸਚਰਾਈਜ਼ ਤਾਂ ਸਾਨੂੰ ਹੀਟ ਤਾਂ ਚਾਹੀਦੀ ਹੈ। ਹਾਂਜੀ, ਲੇਕਿਨ ਹੀਟ ਜਿਹੜੀ ਅਸੀਂ ਸਿੱਧੀ ਸੂਰਜ ਤੋਂ ਲੈ ਲੈਣੀ ਹੈ, ਉਹਦੇ ਪੈਸਾ ਦਾ ਬਿੱਲ ਨਹੀਂ ਭੇਜਦਾ ਸੂਰਜ, ਸਾਨੂੰ ਕਿਸੇ ਚੀਜ਼ ਦਾ ਬਿੱਲ ਨਹੀਂ ਸੋਲਰ ਭੇਜਦਾ। એનર્ਜੀ ਔਰ ਯੂਜ਼ ਕਰਦੇ ਕਿਉਂਕਿ ਅੱਜ ਦਾ ਬਿਜਲੀ ਬੋਰਡ ਵਾਲੇ ਤਾਂ ਆਪਾਂ ਨੂੰ ਬਿਜਲੀ ਦਾ ਬਿੱਲ ਭੇਜਦੇ ਆ, ਉਹਦਾ ਹਰ ਯੂਨਿਟ ਹਰ ਸਾਲ ਯੂਨਿਟ ਦਾ ਰੇਟ ਵਧਾ ਲੈਂਦੇ ਆ, ਤੇ ਸੂਰਜ ਨੇ ਤਾਂ ਅਜੇ ਤੱਕ ਕਦੇ ਬਿੱਲ ਭੇਜਿਆ ਨਹੀਂ। ਤੇ ਅਸੀਂ ਫਿਰ ਸਿੱਧੀ ਗੱਲ ਕੀਤੀ ਵੀ ਸਾਡੇ ਕੋਲ ਪੈਸੇ ਤਾਂ ਹੈ ਨਹੀਂ। ਫਿਰ ਅਸੀਂ ਇੱਕ ਕੰਮ ਕੀਤਾ, ਇਹਦੇ ਥੱਲੇ ਮੇਰੀ ਕਿਤਾਬ ਪਈ ਹੁਣ, ਉਹਦੇ ਗਾਇਤਰੀ ਮੰਤਰ ਹੈ। ਜਿਹੜਾ ਆਪਾਂ ਗਾਇਤਰੀ ਮੰਤਰ ਕਰਦੇ ਹਾਂ, ਉਹ ਗਾਇਤਰੀ ਮੰਤਰ ਦੇ ਇਹ ਗਾਇਤਰੀ ਮੰਤਰ ਤੇ ਮੈਂ ਕਿਹਾ ਵੀ ਅਸੀਂ ਸੂਰਜ ਨਮਸਕਾਰ ਕਰਦੇ ਹਾਂ, ਸੂਰਜ ਨੂੰ ਪਾਣੀ ਦਿੰਦੇ ਆ, ਤੇ ਜਿਹੜਾ ਗਾਇਤਰੀ ਮੰਤਰ ਉਹਦੀ ਉਸਤਤੀ ਦੇ ਵਿੱਚ ਹੀ ਲਿਖਿਆ ਨਾ, ਇਹਦੀ ਕਈ ਬੱਚਿਆਂ ਨੂੰ ਬੜਾ ਅੱਛਾ ਸੁਣਾਉਂਦੇ ਆ। ਜਦੋਂ ਤੁਸੀਂ ਉਹਨਾਂ ਨੂੰ ਕਹਿੰਦੇ ਗਾਇਤਰੀ ਮੰਤਰ ਸੁਣਾ ਦਿੰਦੇ ਆ, ਤੇ ਮੈਂ ਉਹਨੂੰ ਪੁੱਛਿਆ ਤਾਂ ਮੀਨਿੰਗ ਕੀ, ਕਹਿੰਦੇ ਜੀ ਮੀਨਿੰਗ ਨਹੀਂ ਪਤਾ। ਤੇ ਮੈਨੂੰ ਇਹ ਸਾਡਾ ਮੇਰੇ ਗੁਰੂ ਜੀ ਨੇ, ਇਹਨਾਂ ਨੇ ਫਿਰ ਮੈਨੂੰ ਆਹ ਦਿੱਤਾ ਕੱਢ ਕੇ, ਤੇ ਮੈਂ ਉੱਥੇ ਉਹਨਾਂ ਬੱਚਿਆਂ ਨੂੰ ਪੜ੍ਹ ਕੇ ਸੁਣਾਇਆ ਵੀ ਇਹਦਾ ਮਤਲਬ ਇਹ ਹੈ ਓਮ that divine illumination which pervades the bhuloka physical plane, bhurloka antariksha loka and the astral plane, the swarloka